ਸਾਡੇ ਨਾਲ ਦਿੱਲੀ ਤੋਂ ਮਨਜਿੰਦਰ ਸਿੰਘ ਸਰਸਾ ਜੀ ਜੁੜ ਚੁੱਕੇ ਨੇ। ਮਨਜਿੰਦਰ ਸਿੰਘ ਜੀ, ਸਵਾਗਤ ਹੈ ਸ਼ੋਅ ਦੇ ਵਿੱਚ ਸਰ। ਜੀ ਮਹਾਰਾਜ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਤੁਹਾਡੀ ਪਾਰਟੀ ਗੁਰਦੁਆਰਾ ਕਮੇਟੀ ਦੀ ਇਲੈਕਸ਼ਨਾਂ ਵਿੱਚ ਹਿੱਸਾ ਲੈਣ ਜਾ ਰਹੀ ਆ। ਲਗਭਗ ਤੁਹਾਡੀ ਇੱਕ ਟਰਮ ਫਿਨਿਸ਼ ਹੋਣ ਜਾ ਰਹੀ ਆ। ਪੰਜਾਬ ਵਰਗਾ ਰੁਝਾਨ ਹੀ ਇੱਥੇ ਵੇਖਣ ਨੂੰ ਸਾਨੂੰ ਮਿਲ ਰਿਹਾ ਕਿ ਐਂਟੀ ਇਨਕੰਬੈਂਸੀ ਤੁਸੀਂ ਦਿੱਲੀ ਵਿੱਚ ਵੀ ਫੇਸ ਕਰੋਗੇ। ਉਹੀ ਮੁੱਦੇ, ਜੇ ਡੇਰਾ ਸਰਸੇ ਦੇ ਮੁੱਦੇ ਦੀ ਗੱਲ ਕਰਾਂ, ਉਹੀ ਮੁੱਦੇ ਪੰਜਾਬ 'ਚ ਚੱਕੇ ਗਏ ਸੀ। ਉਹੀ ਮੁੱਦੇ ਹੁਣ ਫਿਰ ਆਪੋਜੀਸ਼ਨ ਤੁਹਾਡੇ ਪਾਰਟੀ ਦੇ ਖਿਲਾਫ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਕੁੱਲ ਮਿਲਾ ਕੇ ਤੁਹਾਡੀ ਪਾਰਟੀ ਦੀ ਕੀ ਸਟ੍ਰੈਟਜੀ ਹੋਊਗੀ ਤੇ ਕਿਹੜੇ ਕਿਹੜੇ ਮੁੱਦਿਆਂ ਦੇ ਆਧਾਰ ਤੇ ਤੁਸੀਂ ਇਸ ਇਲੈਕਸ਼ਨ ਵਿੱਚ ਆਪਣੀ ਪਾਰਟੀ ਦਾ ਪੱਖ ਪੇਸ਼ ਕਰੋਗੇ? ਦੇਖੋ ਜੀ, ਸਾਡੇ ਤੋਂ ਜਿਹੜੇ ਵਿਰੋਧੀ ਨੇ ਉਹਨਾਂ ਕੋਲ ਕੋਈ ਪੋਜ਼ਿਟਿਵ ਏਜੰਡਾ ਨਹੀਂ, ਸਿਰਫ ਉਹਨਾਂ ਕੋਲ ਨੈਗੇਟਿਵ ਗੱਲਾਂ ਨੇ। ਅਸੀਂ ਪੋਜ਼ਿਟਿਵ ਏਜੰਡੇ ਤੇ ਇਲੈਕਸ਼ਨ ਲੜਦੇ ਪਏ ਹਾਂ। ਅਸੀਂ ਲੋਕਾਂ ਨੂੰ ਦੱਸਦੇ ਪਏ ਹਾਂ ਕਿ ਅੱਜ ਤੋਂ 4 ਸਾਲ ਪਹਿਲਾਂ ਸਟੇਜਾਂ ਨੂੰ ਸਿਆਸੀਕਰਨ ਕੀਤਾ ਗਿਆ ਸੀ। ਸਿਆਸੀ ਲੀਡਰ ਨੂੰ ਬੁਲਾ ਕੇ ਸਟੇਜਾਂ ਤੋਂ ਬੁਲਵਾਇਆ ਜਾਂਦਾ ਸੀ। ਗੁਰੂ ਘਰਾਂ ਦੀਆਂ ਸਟੇਜਾਂ ਦੇ ਉੱਤੇ ਕਾਂਗਰਸੀ ਲੀਡਰਾਂ ਦੇ ਗਲਾਂ 'ਚ ਹਾਰ ਪੈ ਜਾਂਦੇ ਸੀ ਔਰ ਵਡਿਆਈਆਂ ਕੀਤੀਆਂ ਜਾਂਦੀਆਂ ਸੀ। ਸੰਗਤ ਜਿਹੜੀ ਕੀਰਤਨ ਸੁਣਨ ਆਉਂਦੀ ਸੀ ਉਹਨਾਂ ਨੂੰ ਜ਼ਬਰਦਸਤੀ ਉਹਨਾਂ ਦੇ ਭਾਸ਼ਣ ਸੁਣਾਏ ਜਾਂਦੇ ਸੀ। ਅਸੀਂ ਇਸ ਪ੍ਰਥਾ ਨੂੰ ਖਤਮ ਕੀਤਾ। ਇੱਥੋਂ ਤੱਕ ਕਿ ਸਾਡੀ ਆਪਣੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਾਂ ਕੋਈ ਵੀ ਹੋਵੇ, ਕਿਸੇ ਨੂੰ ਵੀ ਸਟੇਜ 'ਤੇ ਆਉਣਾ ਵੀ ਅਲਾਊਡ ਨਹੀਂ ਔਰ ਕਿਸੇ ਨੂੰ ਸਟੇਜ 'ਤੇ ਆ ਕੇ ਸਰੋਪਾ ਵੀ ਨਹੀਂ ਦਿੱਤਾ ਜਾਂਦਾ। ਇਸੇ ਤਰ੍ਹਾਂ ਬੰਗਲਾ ਸਾਹਿਬ ਤੋਂ ਜਿਹੜੀ ਕਥਾ ਹੁੰਦੀ ਸੀ, ਉਸ ਕਥਾ 'ਚ ਵੀ ਇਹੀ ਕੰਮ ਚੱਲਦਾ ਸੀ ਕਿ ਉਹ ਮਾੜਾ ਹੈ, ਉਹ ਚੰਗਾ ਜੀ, ਉਹ ਲੁੱਟ ਗਿਆ, ਉਹ ਟੁੱਟ ਗਿਆ। ਅਸੀਂ ਨਿਰੋਲ ਧਾਰਮਿਕ ਕਥਾ ਜਿਹੜੀ ਹੈ ਬੰਗਲਾ ਸਾਹਿਬ ਤੋਂ ਅੱਜ ਹੁੰਦੀ ਹੈ ਔਰ ਜਿਹਨੂੰ ਦੁਨੀਆ ਭਰ ਦੇ ਲੋਕ ਦੇਖਦੇ ਨੇ। ਇਸੇ ਤਰ੍ਹਾਂ 2 ਸੰਗਰਾਂਦਾਂ, 2 ਗੁਰਪੁਰਬ, 2 ਸ਼ਹੀਦੀ ਪੁਰਬ ਮਨਾਏ ਜਾਂਦੇ ਸੀ। ਕੌਮ ਨੂੰ ਵੰਡਿਆ ਗਿਆ ਸੀ, ਉਸਨੂੰ ਖਤਮ ਕੀਤਾ। ਅਸੀਂ ਧਾਰਮਿਕ ਤੌਰ ਤੇ ਅਗਰ ਗੱਲ ਕਰੀਏ ਤੇ ਜਿੰਨੇ ਵੱਡੇ ਸਮਾਗਮ ਅਸੀਂ ਕੀਤੇ ਨੇ ਦੇਸ਼ ਦੇ ਅੰਦਰ ਔਰ ਜਾ ਕੇ ਜਿਹੜਾ ਸਨੇਹ ਦਿੱਤਾ ਸਿੱਖੀ ਦਾ, ਉਹ ਆਪਣੇ ਆਪ ਅੰਦਰ ਇੱਕ ਅਦਭੁਤ ਸੀਗਾ। ਇਹਦੇ ਨਾਲ ਹੀ ਜੇ ਅਸੀਂ ਆਪਣੇ ਵਿਰਸੇ ਦੀ ਗੱਲ ਕਰੀਏ, ਜੋ ਵਿਰਸਾ ਸੰਭਾਲਣ ਦਾ ਕੰਮ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਕੀਤਾ ਹੈ, ਸ਼ਾਇਦ 100 ਸਾਲ ਪਹਿਲਾਂ ਵੀ ਕਿਸੇ ਨੇ ਨਹੀਂ ਕੀਤਾ। ਜਿੱਥੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਦੇ 51 ਪ੍ਰੋਗਰਾਮ ਕਰਕੇ ਪੂਰੇ ਦੇਸ਼ ਦੇ ਅੰਦਰ, ਔਰ ਅਸੀਂ ਫਾਈਨਲ ਕੀਤਾ ਦਿੱਲੀ ਅੰਦਰ। ਉੱਥੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ, ਉਹਨਾਂ ਨੂੰ ਵੀ ਬੋਲਣ ਨੂੰ ਮਜਬੂਰ ਹੋਣਾ ਪਿਆ ਕਿ ਹਾਂ, ਬਾਬਾ ਬੰਦਾ ਸਿੰਘ ਬਹਾਦਰ ਇੱਕ ਮਹਾਨ ਜਰਨੈਲ ਸੀਗੇ, ਨਾ ਉਹਨਾਂ ਦੀ ਕੋਈ ਸਾਨੀ ਅੱਜ ਜਾਂ ਨਾ ਕੱਲ ਹੋਏਗਾ ਔਰ ਮੈਂ ਉਹਨੂੰ ਸਜਦਾ ਕਰਦਾ, ਮੈਂ ਉਹਨੂੰ ਨਤਮਸਤਕ। ਮੈਂ ਸਮਝਦਾ ਕਿ ਉਸ ਵੇਲੇ ਸਿੱਖ ਕੌਮ ਦੀ ਦੇਸ਼ਾਂ ਵਿਦੇਸ਼ਾਂ 'ਚ ਬੈਠੀ ਨੂੰ ਇੱਕ ਜ਼ਰੂਰ ਠੰਡ ਪਈ, ਭਾਵੇਂ 300 ਸਾਲ ਬਾਅਦ ਹੀ ਸਹੀ, ਪਰ ਅੱਜ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਹੀ ਸ਼ਰਧਾਂਜਲੀ ਮਿਲੀ। ਇਸੇ ਤਰੀਕੇ ਲਾਲ ਕਿਲ੍ਹੇ ਦੇ ਉੱਤੇ ਜਿਹੜਾ ਸਾਡਾ ਸਿੱਖਾਂ ਦਾ ਇਤਿਹਾਸ ਸੀਗਾ, ਜਿਹਨੂੰ ਲੋਕਾਂ ਨੂੰ ਪਤਾ ਹੀ ਨਹੀਂ ਸੀ, ਤੁਹਾਨੂੰ ਵੀ ਨਹੀਂ ਪਤਾ ਹੋਊਗਾ, ਤੁਸੀਂ ਤੇ ਟੀਵੀ ਚੈਨਲ ਤੇ ਬੈਠੇ ਜੀ, ਜਰਨਲਿਸਟ ਪੜ੍ਹੇ ਜੀ ਬਹੁਤ, ਲੇਕਿਨ ਕਿਸੇ ਨੂੰ ਨਹੀਂ ਪਤਾ ਸੀ ਕਿ 1783 ਅੰਦਰ ਸਿੱਖਾਂ ਨੇ ਸਭ ਤੋਂ ਪਹਿਲਾਂ ਦਿੱਲੀ ਫਤਿਹ ਕਰ ਲਈ ਸੀ। 30,000 ਜਿਹੜੀ ਕੋਟ ਆ ਸਾਡੀ, ਇੱਥੇ 30,000 ਫੌਜ ਰੁਕੀ ਸੀ। ਇਸੇ ਤਰ੍ਹਾਂ ਮੋਰੀ ਗੇਟ ਤੋਂ, ਜਿਹਨੂੰ ਅੱਜ ਨਾਮ ਰੱਖਿਆ, ਮੋਰੀ ਗੇਟ ਤੋਂ ਮੋਰੀ ਕਰਕੇ ਸਾਡੀ ਫੌਜ ਅੰਦਰ ਵੜੀ ਸੀ। ਔਰ ਮਠਿਆਈ ਪੁਲ ਦਿੱਲੀ ਅੰਦਰ ਬਹੁਤ ਵੱਡਾ, ਉਹ ਮਠਿਆਈ ਪੁਲ ਉਸ ਵੇਲੇ ਸਿੱਖਾਂ ਨੇ ਮਠਿਆਈਆਂ ਵੰਡੀਆਂ ਸੀ। ਸੋ ਉਸ ਇਤਿਹਾਸ ਨੂੰ ਵੀ ਲਾਲ ਕਿਲ੍ਹੇ ਤੇ ਅਗਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਇਲਾਵਾ ਕੋਈ ਜਾ ਕੇ ਕੋਈ ਪਰਚਮ ਲਹਿਰਾਉਂਦਾ ਹੈ ਤੇ ਉਹ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ। ਸਾਨੂੰ ਇਸ ਗੱਲ ਦਾ ਮਾਣ ਆ। ਅਸੀਂ ਦੇਸ਼ ਔਰ ਦੁਨੀਆ ਦੇ ਲੋਕਾਂ ਨੂੰ ਦੱਸਿਆ ਇਹ ਦਿੱਲੀ ਜਿਹੜੀ ਹੈ ਲਾਲ ਕਿਲ੍ਹਾ ਜਿਸਨੇ ਸਾਡੇ ਜੁਰਮ ਢਾਏ ਸੀਗੇ, ਇੱਕ ਵੇਲਾ ਇਹੋ ਜਿਹਾ ਸੀ ਜਦੋਂ ਸਿੱਖਾਂ ਦੇ ਪੈਰਾਂ 'ਚ ਸੀ। ਸੋ ਖਾਲਸਾ ਜੀ, ਅਸੀਂ ਪੋਜ਼ਿਟਿਵ ਨੋਟ ਉੱਤੇ, ਪੋਜ਼ਿਟਿਵ ਏਜੰਡੇ ਉੱਤੇ ਇਲੈਕਸ਼ਨ ਲੜਦੇ ਪਏ ਹਾਂ। ਚਾਹੇ ਪਟਨਾ ਸਾਹਿਬ ਦਾ 350 ਸਾਲਾ ਪ੍ਰੋਗਰਾਮ ਹੋਵੇ, ਅਸੀਂ ਉਹ ਜਾ ਕੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਜੋ ਉੱਥੇ ਸਫਲਤਾ ਹਾਸਲ ਕੀਤੀ ਹੈ, ਮੈਂ ਸਮਝਦਾ ਉਸ ਨੂੰ ਦੁਨੀਆ ਨੇ ਦੇਖਿਆ। ਚਾਹੇ 1984 ਦਾ ਮੈਮੋਰੀਅਲ ਬਣਾਉਣ ਦੀ ਗੱਲ ਹੋਵੇ, ਪਾਰਲੀਮੈਂਟ ਦੇ ਸਾਹਮਣੇ 1984 ਦਾ ਮੈਮੋਰੀਅਲ ਬਣਾ ਕੇ ਅਸੀਂ ਦੇਸ਼ ਨੂੰ ਔਰ ਲੋਕਾਂ ਨੂੰ ਇੱਕ ਵੱਡਾ ਸੁਨੇਹਾ ਦਿੱਤਾ ਹੈ ਕਿ ਸਿੱਖ ਜਿਹੜੇ ਨੇ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਗੇ, ਪਰ ਚੜ੍ਹਦੀ ਕਲਾ 'ਚ ਹੀ ਨੇ। ਸੋ ਖਾਲਸਾ ਜੀ, ਮੈਂ ਮਹਿਸੂਸ ਕਰਦਾ ਹਾਂ ਸਾਡਾ ਪੋਜ਼ਿਟਿਵ ਏਜੰਡਾ ਹੈ, ਲੋਕਾਂ ਦੇ ਨੈਗੇਟਿਵ ਨੇ, ਕਿਉਂਕਿ ਉਹਨਾਂ ਕੋਲ ਪੋਜ਼ਿਟਿਵ ਦੱਸਣ ਲਈ ਕੁਛ ਨਹੀਂ। ਉਹ ਲਾਂਛਣ ਮਾੜੇ ਕੰਮ, ਸਾਨੂੰ ਇੱਕੋ ਗੱਲ ਦੱਸੀ ਜਾਵੇ, ਦਿੱਲੀ ਦੀ ਗੁਰਦੁਆਰਾ ਮੈਨੇਜਮੈਂਟ ਕਮੇਟੀ 'ਚ ਕਿਹੜਾ ਐਸਾ ਕੰਮ ਹੋਇਆ ਹੈ ਜਿਹੜਾ ਨਹੀਂ ਹੋਣਾ ਚਾਹੀਦਾ ਸੀਗਾ, ਅਸੀਂ ਉਹਦੇ ਦੇਣਦਾਰ ਹੋਵਾਂਗੇ। ਮਨਜਿੰਦਰ ਜੀ, ਤੁਸੀਂ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਵੀ ਸੀ, ਜੇ ਮੈਂ ਗਲਤ ਨਹੀਂ ਆ, ਤੇ ਡੇਰਾ ਸਰਸੇ ਦੀ ਸਪੋਰਟ ਨੂੰ ਪੰਜਾਬ ਵਿੱਚ ਤੇ ਮੈਂ ਕਹੂੰਗਾ ਕਿ ਅਕਾਲੀ ਦਲ ਨੇ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਜਾਂ ਨਾ ਕੀਤੀ, ਅੱਡ ਡਿਬੇਟ ਆ, ਪਰ ਕਿਤੇ ਨਾ ਕਿਤੇ ਉਸ ਮੁੱਦੇ ਦਾ ਇਸਤੇਮਾਲ ਆਪੋਜੀਸ਼ਨ ਨੇ ਜ਼ਰੂਰ ਕੀਤਾ। ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਇਲੈਕਸ਼ਨ ਵਿੱਚ ਡੇਰਾ ਸਰਸੇ ਦੀ ਸਪੋਰਟ ਜੋ ਦਿੱਤੀ ਗਈ ਸੀ ਅਕਾਲੀ ਪਾਰਟੀ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ, ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰਸ ਜੋ ਗਏ ਸੀ ਤੇ ਪੰਜਾਬ ਵਿੱਚ ਡੇਰਾ ਸਰਸਾ ਦੀਆਂ ਜੋ ਪ੍ਰਚਾਰ ਸਭਾ ਹੁੰਦੀਆਂ ਉਹ ਵੀ ਕਰਾਉਣ ਦੀ ਗੱਲ ਕੀਤੀ ਸੀ। ਉਸ ਪੂਰੇ ਮੁੱਦੇ ਨੂੰ ਕਿੱਦਾਂ ਡਿਫੈਂਡ ਕਰੋਗੇ? ਦੇਖੋ, ਡਿਫੈਂਡ ਅਸੀਂ ਤਾਂ ਕਰੀਏ ਜੇ ਅਸੀਂ ਲੈਣ ਗਏ ਜਾਂ ਦੇਣ ਗਏ ਹੋਈਏ, ਜਾਂ ਅਸੀਂ ਉਹਨੂੰ ਉਸ ਵੇਲੇ ਨਾ ਡਿਫੈਂਡ ਕੀਤਾ ਹੋਵੇ ਜਾਂ ਉਸ ਵੇਲੇ ਨਾ ਪ੍ਰੋਟੈਸਟ ਕੀਤਾ ਹੋਵੇ। ਚੁਣਾਵ 4 ਤਰੀਕ ਨੂੰ ਸੀ, 1 ਤਰੀਕ ਨੂੰ ਬਠਿੰਡੇ ਪ੍ਰੈਸ ਕਾਨਫਰੰਸ ਸੀ। ਉਸ ਪ੍ਰੈਸ ਕਾਨਫਰੰਸ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਆਪਣਾ ਸਟੈਂਡ ਕਲੀਅਰ ਕੀਤਾ ਕਿ ਬਿਲਕੁਲ ਨਾ ਕਿਸੇ ਡੇਰੇ ਦੀ ਸਪੋਰਟ ਅਕਾਲੀ ਦਲ ਨੂੰ ਲੈਣੀ ਚਾਹੀਦੀ ਹੈ, ਨਾ ਕਿਸੇ ਐਮਐਲਏ ਨੂੰ ਲੈਣੀ ਚਾਹੀਦੀ ਹੈ। ਮੈਂ ਖੁਦ ਐਮਐਲਏ ਸੀ 2015 'ਚ,
ਜਦੋਂ ਦੂਜੀ ਐਮਐਲਏ ਇਲੈਕਸ਼ਨ ਹੋ ਰਹੀ ਸੀ, ਡੇਰਾ ਸੱਚੇ ਸੌਦੇ ਦੀ ਬੀਜੇਪੀ ਨੇ ਸਪੋਰਟ ਲਈ, ਜਿਤਨਾ ਪੰਜਾਬ ਚ ਲਈ, ਜਿਤਨਾ ਹਰਿਆਣਾ ਚ ਲਈ, ਉਸ ਦਿੱਲੀ ਚ ਵੀ ਲਈ। ਔਰ ਮੈਂ ਕੱਲਾ ਵਾਹਦ ਇੱਕ ਐਮਐਲਏ ਦਾ ਕੈਂਡੀਡੇਟ ਸੀ ਜਿਹੜਾ ਇਲੈਕਸ਼ਨ ਲੜਦੇ ਹੋਏ, ਜਿਸ ਨੇ ਨੈਸ਼ਨਲ ਚੈਨਲਾਂ ਤੇ ਆ ਕੇ ਗੱਲ ਕਹੀ ਕਿ ਮੈਨੂੰ ਅਗਰ ਇਹ ਪਤਾ ਹੁੰਦਾ ਕਿ ਬੀਜੇਪੀ ਨੇ ਸਪੋਰਟ ਲੈਣੀ ਆ, ਮੈਂ ਦਿੱਲੀ ਅੰਦਰ ਇਹਨਾਂ ਦੇ ਅਲਾਈਅੰਸ ਅੰਦਰ ਇਲੈਕਸ਼ਨ ਹੀ ਨਾ ਲੜਦਾ। ਕਿਸੇ ਚ ਜ਼ਰੂਰਤ ਹੈ ਆਪਣੀ ਚੱਲਦੀ ਇਲੈਕਸ਼ਨ ਚ ਇੰਨੀ ਗੱਲ ਕਹਿਣ ਦੀ? ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਡੇ ਸੇਵਾਦਾਰਾਂ ਕੋਲ ਆ, ਕਿਉਂਕਿ ਗੁਰੂ ਸਾਹਿਬ ਦੀ ਅਸੀਂ ਸੱਚੀ ਸੇਵਾ ਕਰ ਰਹੇ ਹਾਂ। ਬਲਜਿੰਦਰ ਜੀ, ਇੱਕ ਸਵਾਲ ਹੋਰ ਪੁੱਛੂੰਗਾ ਡੇਰੇ ਤੋਂ ਰਿਲੇਟਡ ਹੀ, ਕਿ ਤੁਹਾਨੂੰ ਲੱਗਦਾ ਹੈ ਕਿ ਜੋ ਡੇਰੇ ਕੋਈ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਰਿਲੇਟਡ ਵੀ ਪੁੱਛ ਲਓ। ਬਿਲਕੁਲ ਪੁੱਛੂੰਗਾ ਸਰ, ਬਿਲਕੁਲ ਪੁੱਛੂੰਗਾ। ਪਰ ਇਹ ਸਵਾਲ ਵੀ ਮੇਰਾ ਕਿ ਤੁਹਾਨੂੰ ਵੀ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਡੇਰੇ ਨਾਲ ਮਿਲਾ ਕੇ ਜੋ ਅਪੋਜੀਸ਼ਨ ਹੈ, ਸਿਰਫ ਅਪੋਜੀਸ਼ਨ ਪਾਰਟੀਆਂ ਨੇ, ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ, ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ? ਕਿਉਂਕਿ ਮੇਰੇ ਖਿਆਲ ਜੇ ਸਪੋਰਟ ਆਮ ਆਦਮੀ ਪਾਰਟੀ ਨੂੰ ਮਿਲਦੀ, ਕਾਂਗਰਸ ਨੂੰ ਮਿਲਦੀ, ਤੇ ਸਪੋਰਟ ਉਹਨਾਂ ਦੋਵਾਂ ਪਾਰਟੀਆਂ ਨੇ ਵੀ ਲੈਣੀ ਸੀ। ਖਾਲਸਾ ਜੀ, ਮੈਂ ਇਹਨਾਂ ਗੱਲਾਂ 'ਚ ਜਾਣਾ ਨਹੀਂ ਚਾਹੁੰਦਾ। ਮੈਂ ਗੁਰਦੁਆਰਾ ਕਮੇਟੀ ਦੀ ਗੱਲ ਕਰਨਾ ਜ਼ਰੂਰ ਪਸੰਦ ਕਰੂੰਗਾ। ਉਹ ਮਾੜੇ ਆ, ਉਹ ਚੰਗੇ, ਕਾਂਗਰਸ ਮਾੜੀ, ਕਾਂਗਰਸ ਆਮ ਆਦਮੀ ਚੰਗੀ, ਮੈਂ ਇਸ ਗੱਲ 'ਚ ਪੈਣਾ ਨਹੀਂ ਚਾਹੁੰਦਾ। ਮੈਂ ਤਾਂ ਇੱਕੋ ਗੱਲ ਦੱਸਣਾ ਚਾਹੁੰਦਾ, ਲੋਕ ਸਾਨੂੰ ਸਵਾਲ ਕਰਨ, ਸਾਡੇ ਕੰਮਾਂ ਦੇ ਉੱਤੇ ਅਸੀਂ ਉਹਦਾ ਜਵਾਬ ਦੇਈਏ। ਦੇਖੋ, ਦੂਜੀਆਂ ਪਾਰਟੀਆਂ ਦੇ ਲਾਂਛਨ ਲਾਵਾਂਗੇ, ਸਾਡੇ ਔਰ ਉਹਨਾਂ 'ਚ ਅੰਤਰ ਕੀ ਰਹਿ ਜਾਊਗਾ? ਅਸੀਂ ਗੁਰਦੁਆਰਾ ਕਮੇਟੀ ਦੀ ਸਿਆਸਤ ਦੀ ਗੱਲ ਕਰ ਰਹੇ ਹਾਂ, ਜਿਹਦੇ ਅੰਦਰ ਧਾਰਮਿਕ ਸਿਆਸਤ ਆ। ਇਸ ਕਰਕੇ ਮੈਂ ਨਹੀਂ ਸਮਝਦਾ ਕਿ ਮੈਂ ਕਿਸੇ ਦੇ ਲਾਂਛਨ ਲਾਵਾਂ, ਉਹ ਮਾੜੇ ਸੀ ਉੱਥੇ ਕਿਉਂ ਗਏ, ਮੇਰਾ ਇਹ ਕੰਮ ਨਹੀਂ। ਮੈਨੂੰ ਦਿੱਲੀ ਕਮੇਟੀ ਦੇ ਬਾਰੇ 'ਚ ਕੋਈ ਜਾਣਕਾਰੀ ਤੁਸੀਂ ਲੈਣਾ ਚਾਹੋਗੇ, ਮੈਨੂੰ ਖੁਸ਼ੀ ਹੋ। ਮਨਜਿੰਦਰ ਸਿੰਘ ਜੀ, ਦਿੱਲੀ ਗੁਰਦੁਆਰਾ ਕਮੇਟੀ ਕਾਫੀ ਸਕੂਲ ਤੇ ਕਾਲਜਸ ਵੀ ਚਲਾਉਂਦੇ ਆ। ਤੁਹਾਡੀ ਕਮੇਟੀ ਦੁਆਰਾ ਦਾਅਵੇ ਕੀਤੇ ਜਾ ਰਹੇ ਨੇ ਕਿ ਤੁਸੀਂ ਕਾਫੀ ਵਿਕਾਸ ਕੀਤਾ ਸਕੂਲੇ ਤੇ ਕਾਲਜਸ ਦਾ, ਥੋੜਾ ਜਿਹਾ ਉਹਦੇ ਉੱਤੇ ਜ਼ਰੂਰ ਚਾਨਣਾ ਪਾਓ। ਜੀ 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 ਇਸ ਤਰ੍ਹਾਂ ਕਿ ਜਦੋਂ ਅਸੀਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਲਈ ਸੀ, ਅਗਰ ਅਸੀਂ ਐਜੂਕੇਸ਼ਨ ਦੀ ਗੱਲ ਕਰੀਏ, ਸਾਡੇ ਕੋਲ ਤਕਰੀਬਨ ਉਸ ਵੇਲੇ 40,000 ਬੱਚਾ ਪੜ੍ਹਦਾ ਸੀ। ਅੱਜ ਉਸ ਬੱਚੇ ਨੂੰ ਵਧਾ ਕੇ ਅਸੀਂ 65,000 ਬੱਚੇ ਦੇ ਆਸ-ਪਾਸ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅੰਦਰ ਲਿਆਉਣ 'ਚ ਕਾਮਯਾਬ ਹੋ ਗਏ। ਦੂਜੀ ਗੱਲ, ਇਸੇ ਤਰ੍ਹਾਂ ਜਦੋਂ ਅਸੀਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਲਈ ਸੀ, ਦੇਸ਼ ਦੇ ਅੰਦਰ ਇੱਕ ਸਕੀਮ ਆ ਮਿਨੋਰਟੀ ਫੀਸ ਰੀਇੰਬਰਸਮੈਂਟ ਸਕੀਮ। ਉਹਦਾ ਮਤਲਬ ਹੈ ਕਿ ਜਿਹੜੇ ਗਰੀਬ ਬੱਚੇ ਹੁੰਦੇ ਨੇ ਮਿਨੋਰਟੀ ਦੇ, ਉਹਨਾਂ ਦੇ ਵਾਸਤੇ ਫੀਸ ਦੀ ਸਕੀਮ ਆ। ਸਾਡੇ ਤੋਂ ਪਹਿਲਾਂ ਜਦੋਂ ਦਿੱਲੀ ਕਮੇਟੀ ਜਦੋਂ ਅਸੀਂ ਰਹੀ, ਉਦੋਂ 35 ਲੱਖ ਰੁਪਇਆ ਦਿੱਲੀ ਅੰਦਰ ਸਾਡੇ ਸਿੱਖ ਬੱਚਿਆਂ ਨੂੰ ਮਿਲਦਾ ਸੀ। ਅਸੀਂ ਆ ਕੇ ਇੱਕ ਮਿਨੋਰਟੀ ਸੈੱਲ ਬਣਾ ਕੇ ਇੱਕ ਸੈਟਅਪ ਨਇਆ ਕ੍ਰੀਏਟ ਕਰਕੇ ਤੇ ਉਦੋਂ ਪ੍ਰਣ ਕੀਤਾ ਕਿ ਹਰ ਜ਼ਰੂਰਤਮੰਦ ਬੱਚੇ ਤੱਕ ਇਸ ਫੀਸ ਨੂੰ ਪਹੁੰਚਾਇਆ ਜਾਏਗਾ। ਔਰ ਖਾਲਸਾ ਜੀ ਸਾਨੂੰ ਇਸ ਗੱਲ ਤੇ ਅੱਜ ਸੰਤੁਸ਼ਟੀ ਆ, ਔਰ ਅਸੀਂ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਮਾਲਕ ਦਾ, ਜਿਸ ਨੇ ਸਾਡੇ ਤੋਂ ਰਹਿਮਤ ਕਰਾਈ। 65 ਕਰੋੜ ਰੁਪਇਆ ਇਸ ਸਾਲ ਅਸੀਂ ਦਿੱਲੀ ਦੇ ਸਿੱਖ ਬੱਚਿਆਂ ਨੂੰ ਸਰਕਾਰ ਤੋਂ ਲੈ ਕੇ ਦੇਣ 'ਚ ਕਾਮਯਾਬ ਹੋਏ ਹਾਂ। 65 ਕਰੋੜ ਰੁਪਇਆ, ਸਮਝੋ ਕਿ ਜੇ ਸਿੱਖ ਕੌਮ 65 ਕਰੋੜ ਰੁਪਇਆ ਖਰਚ ਕੇ ਬੱਚੇ ਪੜ੍ਹਾਉਣਾ ਚਾਹੇ ਤੇ ਉਹ ਕਿੰਨੀ ਵੱਡੀ ਉਪਲਬਧੀ ਹੋਊਗੀ। ਔਰ ਅਸੀਂ ਸਰਕਾਰ ਤੋਂ ਲੈ ਕੇ 65 ਕਰੋੜ ਰੁਪਇਆ ਅੱਜ ਦਿੱਲੀ ਦੇ ਬੱਚਿਆਂ ਨੂੰ ਪੜ੍ਹਾਇਆ। ਇਸੇ ਤਰ੍ਹਾਂ ਦਿੱਲੀ ਯੂਨੀਵਰਸਿਟੀ ਪਿਛਲੇ 40 ਸਾਲਾਂ ਤੋਂ ਸਾਡੇ ਖਾਲਸਾ ਕਾਲਜ ਚੱਲਦੇ ਪਏ ਨੇ। ਕਿਸੇ ਦਾ ਐਸਾ ਵਿਜ਼ਨ ਨਹੀਂ ਸੀ ਕਿ ਇਹਨਾਂ ਦੇ ਅੰਦਰ 50% ਬੱਚਿਆਂ ਦੀਆਂ ਸੀਟਾਂ ਰਾਖਵੀਆਂ ਕੀਤੀਆਂ ਜਾਣ, ਇਹਨਾਂ ਨੂੰ ਮਿਨੋਰਟੀ ਸਟੇਟਸ ਲੈ ਕੇ ਦਿੱਤਾ ਜਾਵੇ। ਅਸੀਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਸੇਵਾ 'ਚ ਆਏ, ਔਰ ਉਧਰ ਐਨਡੀਏ ਦੀ ਸਰਕਾਰ ਜਦੋਂ ਦਿੱਲੀ 'ਚ ਆਉਂਦੀ ਆ, ਅਸੀਂ ਸਭ ਤੋਂ ਪਹਿਲਾਂ ਸਰਕਾਰ ਤੋਂ ਜਾ ਕੇ ਕੰਮ ਕਰਾਇਆ। ਅਰੁਣ ਜੇਟਲੀ ਫਾਈਨਾਂਸ ਮਿਨਿਸਟਰ ਨੂੰ ਕਿਹਾ ਜਾ ਕੇ ਕਿ ਜਾਂ ਤੇ ਸਾਡੀ ਸਾਨੂੰ ਮਿਨੋਰਟੀ ਸਟੇਟਸ ਦਿਓ, ਨਹੀਂ ਤਾਂ ਤੁਹਾਡਾ ਸਾਡਾ ਵਾਸਤਾ ਅੱਜ ਤੋਂ ਖਤਮ ਹੈ। ਔਰ ਮੈਂ ਹੈਰਾਨ ਹੋ ਗਏ ਤੁਸੀਂ ਕਿ ਸਰਕਾਰ ਬਣਨ ਦੇ 3 ਮਹੀਨੇ ਦੇ ਅੰਦਰ ਅੰਦਰ ਕੋਰਟ ਕਚਹਿਰੀਆਂ ਨੂੰ ਖਤਮ ਕਰਦੇ ਹੋਏ ਕੇਂਦਰ ਦੀ ਸਰਕਾਰ ਨੇ ਸਾਡੇ 4 ਕਾਲਜਾਂ ਨੂੰ ਮਿਨੋਰਟੀ ਦਾ ਸਟੇਟਸ ਦਿੱਤਾ। ਉਹ ਵੀ ਉਦੋਂ ਜਦੋਂ ਉਹਨੇ ਜਾਮੀਆ ਮਿਲੀਆ ਯੂਨੀਵਰਸਿਟੀ ਦਾ ਮਿਨੋਰਟੀ ਸਟੇਟਸ ਖਤਮ ਕਰ ਰਹੀ ਸੀਗੀ, ਮੁਸਲਿਮ ਯੂਨੀਵਰਸਿਟੀ ਦਾ ਸਾਨੂੰ ਦੇ ਰਹੀ ਸੀਗੀ। ਪਾਰਲੀਮੈਂਟ 'ਚ ਹਾਹਾਕਾਰ ਮਚ ਗਈ, ਲੇਕਿਨ ਸਰਕਾਰ ਨੇ ਸਟੈਂਡ ਲਿਆ। ਔਰ ਅੱਜ ਸਾਡੇ 4 ਕਾਲਜ ਨੇ, ਉਹਨਾਂ ਦੇ ਅੰਦਰ 50% ਸਿੱਖਾਂ ਵਾਸਤੇ ਸੀਟਾਂ ਰਾਖਵੀਆਂ ਹੋ ਗਈਆਂ ਨੇ। ਔਰ ਜਿੱਥੇ 95%, 96%, 97% ਦੇ ਬੱਚਿਆਂ ਨੂੰ ਮਿਨੀਮਮ ਸਾਡੀ ਜਿਹੜੀ ਕਟ ਆਫ ਲਿਸਟ ਆ ਉਹ 95% ਆ। ਜਿੱਥੇ 95% ਦੇ ਬੱਚਿਆਂ ਨੂੰ ਐਡਮਿਸ਼ਨ ਮਿਲੂਗੀ ਹੁਣ, ਉੱਥੇ 55% ਦਾ ਸਾਡਾ ਸਿੱਖ ਬੱਚਾ ਪੜ੍ਹਦਾ ਹੋਊਗਾ। ਮੈਂ ਸਮਝਦਾ ਸਾਡੀ ਬੜੀ ਵੱਡੀ ਉਪਲਬਧੀ ਆ। ਇਸੇ ਤਰੀਕੇ ਸਕਿੱਲ ਡਿਵੈਲਪਮੈਂਟ 'ਚ ਅਸੀਂ ਬਹੁਤ ਕੰਮ ਕੀਤਾ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਨਹੀਂ ਪੜ੍ਹ ਸਕਦੇ ਸੀਗੇ, ਜਿਨ੍ਹਾਂ ਨੂੰ ਰੋਜ਼ਗਾਰ ਦੀ ਜ਼ਰੂਰਤ ਸੀਗੀ, ਅਸੀਂ ਸਕਿੱਲ ਡਿਵੈਲਪਮੈਂਟ ਦੇ ਤਕਰੀਬਨ 50 ਕੋਰਸ ਲੈ ਕੇ ਆਂਦੇ ਔਰ ਕਈ ਹਜ਼ਾਰ ਬੱਚਿਆਂ ਨੂੰ ਅਸੀਂ ਸਕਿੱਲ ਡਿਵੈਲਪਮੈਂਟ ਨਾਲ ਜੋੜ ਕੇ ਨੌਕਰੀ ਦੇ ਯੋਗ ਬਣਾਇਆ। ਮੈਂ ਸਮਝਦਾ ਇਹ ਵੀ ਪਰਮਾਤਮਾ ਨੇ ਸਾਡੇ ਤੋਂ ਲਈ ਆ। ਸੋ ਐਜੂਕੇਸ਼ਨ ਦੇ ਮਾਮਲੇ ਅੰਦਰ ਜਿੱਥੇ IIT ਨਵੀਂ ITI ਖੋਲੀਆਂ ਨੇ, ਜਿੱਥੇ ਅਸੀਂ ਸਿੱਖਿਅਕ ਅਦਾਰਿਆਂ ਨੂੰ ਪਰਪੱਕਤਾ ਕਰਦੇ ਹੋਏ ਟੀਚਰਾਂ ਦਾ ਜਿਹੜਾ ਬਕਾਇਆ ਰਾਸ਼ੀ ਸੀ 55 ਕਰੋੜ ਰੁਪਇਆ, ਉਹ ਟੀਚਰਾਂ ਨੂੰ ਦਿੱਤਾ ਤਾਂ ਕਿ ਟੀਚਰਾਂ ਜਿਹੜੀਆਂ ਨੇ ਨੇਕ ਦਿਲੀ ਨਾਲ ਬੱਚੇ ਨੂੰ ਪੜ੍ਹਾ ਸਕਣ। ਉੱਥੇ ਟੀਚਰਾਂ ਦੀ ਤਨਖਾਹ ਵੀ ਲਗਭਗ 1.5 ਗੁਣਾ ਕੀਤੀ। ਸੋ ਮੈਂ ਸਮਝਦਾ ਸਟਾਫ ਦੀ ਤਨਖਾਹ ਵੀ ਜਿਹੜੀ ਪਿਛਲੇ 17 ਸਾਲਾਂ ਤੋਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਸਟਾਫ ਦੀ ਤਨਖਾਹ ਨਹੀਂ ਵਧਾਈ ਗਈ ਸੀ, 17 ਸਾਲਾਂ ਬਾਅਦ ਆ ਕੇ ਅਸੀਂ ਉਹ ਵੀ ਲਗਭਗ ਸਟਾਫ ਦੀ ਤਨਖਾਹ 1.5 ਗੁਣਾ ਕੀਤੀ ਹੈ। ਇਹ ਅਸੀਂ ਸਮਝਦੇ ਕਿ ਸਾਡੀਆਂ ਵੱਡੀਆਂ ਉਪਲਬਧੀਆਂ ਨੇ। ਸਿਰਸਾ ਸਾਹਿਬ, ਮੈਂ ਅਜੀਤ ਸਿੰਘ ਬੋਲ ਰਿਹਾ ਕੈਲਗਰੀ ਤੋਂ। ਇਹਦੇ ਨਾਲ ਹੀ ਜਿਵੇਂ ਤੁਸੀਂ ਪਹਿਲਾਂ ਮਾਈਨੋਰਟੀ ਸਟੇਟਸ ਦੀ ਗੱਲ ਕੀਤੀ ਹੈ, ਉਸੇ ਤਰ੍ਹਾਂ ਦੀ ਇੱਕ ਇਸ਼ੂ ਹੋਰ ਬੜਾ ਲਟਕ ਰਿਹਾ ਹੈ, ਜਿਹੜਾ ਇੱਕ ਸਿੱਖਾਂ ਨੂੰ ਵੱਖਰੀ ਧਾਰਮਿਕ ਫਿਰਕਾ ਕਹਿ ਲਓ ਜਾਂ ਵੱਖਰੀ ਕੌਮ ਕਹਿ ਲਓ, ਉਹਨਾਂ ਦਾ ਇੱਕ ਹਿੰਦੂ
ਉਹਨਾਂ ਨੂੰ ਜਿਵੇਂ ਕੇਸਾਧਾਰੀ ਹਿੰਦੂ ਕਨਸਟੀਟਿਊਸ਼ਨ 'ਚ ਮੰਨਿਆ ਗਿਆ ਹੈ, ਉਹਨਾਂ ਤੋਂ ਬਾਹਰ ਕੱਢ ਕੇ ਉਹਨਾਂ ਦੀ ਇੱਕ ਵੱਖਰੀ ਧਾਰਮਿਕ ਹੋਂਦ ਨੂੰ ਮਨਜ਼ੂਰ ਕਰਾਉਣਾ, ਕਿ ਇਹਦੇ ਨਾਲ ਬਾਰੇ ਵੀ ਕੋਈ, ਤੇ ਨਾਲ ਆਨੰਦ ਮੈਰਿਜ ਐਕਟ ਵਗੈਰਾ ਜਿਹੜੀ ਗੱਲ ਹੈ ਉਹਦੇ ਬਾਰੇ ਵੀ ਕੋਈ ਉਪਰਾਲੇ ਹੋ ਰਹੇ ਨੇ? ਕਿਉਂਕਿ ਤੁਸੀਂ ਨੇੜੇ ਬੈਠੇ ਹੋ, ਸਰਕਾਰ ਨੂੰ ਕਨਵਿੰਸ ਕਰ ਸਕਦੇ ਹੋ ਕਿ ਇਸ ਤਰ੍ਹਾਂ ਦਾ ਵੀ ਉਦਮ ਹੋ ਰਿਹਾ ਕੋਈ? ਜੀ, ਅਸੀਂ ਜਦੋਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਾਡੇ ਹੁੰਦਿਆਂ ਜਦੋਂ ਐਨਡੀਏ ਦੀ ਨਵੀਂ ਸਰਕਾਰ ਬਣੀ, ਅਸੀਂ ਸਭ ਤੋਂ ਪਹਿਲਾਂ ਇਹੀ ਕੰਮ ਸ਼ੁਰੂ ਕੀਤਾ ਸੀਗਾ। ਅਸੀਂ ਜਿਹੜੇ ਸਾਡੇ ਜਥੇਦਾਰ ਅਕਾਲ ਤਖਤ ਸਾਹਿਬ ਨੇ, ਉਹ ਦਿੱਲੀ 'ਚ ਆਏ, ਉਹਨਾਂ ਨੇ ਸਾਨੂੰ ਕਿਹਾ ਕਿ ਆਹ ਜਿਹੜਾ ਆਪਣਾ ਇਸ਼ੂ ਆਏ ਤੇ ਮੈਂ ਗੱਲ ਕਰਨਾ ਚਾਹੁੰਦਾ ਸੀ। ਉਹਨਾਂ ਨੇ ਕਿਹਾ ਕਿ ਤੁਸੀਂ ਸਿੱਖ ਕੌਮ ਦੀ ਅਗਵਾਈ ਕਰਦੇ ਜੇ, ਤੁਸੀਂ ਕਿਸੇ ਕੋਲ ਚੱਲ ਕੇ ਜਾਓ, ਇਹ ਸਾਡੀ ਕੌਮ ਦੀ ਹਿੱਤ ਹੋਊਗੀ, ਅਸੀਂ ਨਹੀਂ ਚਾਹਾਂਗੇ। ਔਰ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਆਦੇਸ਼ ਦਿਓ, ਸਾਨੂੰ ਲਿਖਤੀ ਤੌਰ ਤੇ ਆਦੇਸ਼, ਉਹਨਾਂ ਨੇ ਸਾਨੂੰ ਆਦੇਸ਼ ਦਿੱਤਾ। ਅਸੀਂ ਲਿਖਤੀ ਤੌਰ ਤੇ ਸੰਤ ਸਮਾਜ ਨੂੰ ਨਾਲ ਲਿਜਾ ਕੇ ਸਭ ਤੋਂ ਪਹਿਲੇ ਦਿਨ ਹੀ ਪ੍ਰਧਾਨ ਮੰਤਰੀ ਔਰ ਆਪਣੇ ਨਾਲ ਹੋਮ ਮਿਨਿਸਟਰ ਰਾਜਨਾਥ ਨਾਲ ਅੱਗੇ ਮੁੱਦਾ ਰੱਖਿਆ ਕਿ ਸਾਡਾ ਸੰਵਿਧਾਨ ਦੇ ਅੰਦਰ ਸਾਨੂੰ ਵੱਖਰਾ ਕੀਤਾ ਜਾਵੇ। ਸੰਵਿਧਾਨ ਦੇ ਅੰਦਰ ਜਿਹੜੀ ਧਾਰਾ 25 ਸਾਨੂੰ ਰੱਖਿਆ ਗਿਆ, ਉੱਥੇ ਸਾਨੂੰ ਹਿੰਦੂ ਮੈਰਿਜ ਐਕਟ ਦੇ ਨਾਲ ਰੱਖਿਆ ਗਿਆ ਹੈ, ਉੱਥੇ ਸਾਨੂੰ ਕੇਸਾਧਾਰੀ ਹਿੰਦੂਆਂ ਦੇ ਨਾਲ ਰੱਖਿਆ ਗਿਆ ਹੈ। ਸਾਡਾ ਸਿੱਖ ਰਿਲੀਜਨ ਵੱਖਰਾ ਹੈ, ਸਾਡੀ ਆਇਡੈਂਟੀਟੀ ਵੱਖਰੀ ਆ, ਸਾਡੀ ਆਇਡੈਂਟੀਟੀ ਦੀ ਕਲੈਰਿਟੀ ਲੈ ਕੇ ਦਿੱਤੀ ਜਾਵੇ। ਇਹ ਸਭ ਤੋਂ ਪਹਿਲਾਂ ਅਸੀਂ ਉਪਰਾਲਾ ਕੀਤਾ ਹੈ ਔਰ ਅੱਜ ਤੱਕ ਅਸੀਂ ਉਹਦੇ ਤੇ ਆਪਣੇ ਤੇ ਕਾਇਮ ਆ। ਅਸੀਂ ਆਪਣੇ ਜਿੰਨੇ ਵੀ ਪ੍ਰੋਗਰਾਮ ਹੋਏ ਨੇ, ਜਿੰਨੇ ਵੀ ਅਸੀਂ ਸਟੇਜ ਦੇ ਉੱਤੇ ਪ੍ਰੋਗਰਾਮ ਆਫੀਸ਼ੀਅਲ ਤੌਰ ਤੇ ਕੀਤੇ ਨੇ, ਜਿਹੜੇ ਪੋਲੀਟੀਕਲ ਪ੍ਰੋਗਰਾਮ ਸੀਗੇ ਦਿੱਲੀ ਦੇ ਅੰਦਰ, ਉਹਨਾਂ ਦੇ ਉੱਤੇ ਅਸੀਂ ਇਸ ਵੱਡੇ ਮੁੱਦੇ ਨੂੰ ਰੱਖ ਕੇ ਔਰ ਬੀਜੇਪੀ ਨੂੰ ਵੀ ਘੇਰਿਆ ਹੈ ਕਿ ਸਾਨੂੰ ਇਹਦਾ ਸਾਡਾ ਹੱਕ ਜਿਹੜਾ ਹੈ, ਐਨਡੀਏ ਦੀ ਸਰਕਾਰ ਆ, ਸਾਨੂੰ ਇਹਦਾ ਹੱਕ ਮਿਲਣਾ ਚਾਹੀਦਾ। ਮਨਜਿੰਦਰ ਜੀ, ਸੀਪੀ ਸਿੰਘ ਬੋਲ ਰਿਹਾ ਚੰਡੀਗੜ੍ਹ ਤੋਂ। ਜੀ ਮਹਾਰਾਜ। ਮਨਜਿੰਦਰ ਜੀ, ਅੱਜ ਦੀ ਜੇ ਅਸੀਂ ਹਾਲਾਤ ਦੇਖੀਏ, ਸਿੱਖ ਕੌਮ ਦੇ ਵਿੱਚ ਜਿਹੜੇ ਸਾਡੇ ਬੱਚੇ ਨੇ, ਉਹਨਾਂ ਦੇ ਵਿੱਚ ਜਿਹੜੀ ਸਿੱਖ ਇਤਿਹਾਸ ਪ੍ਰਤੀ ਜਾਂ ਸਿੱਖਾਂ ਦੇ ਵਿੱਚ ਜਿਹੜੀ ਰੁਚੀ ਹੈ ਉਹ ਬਹੁਤ ਜ਼ਿਆਦਾ ਘਟ ਰਹੀ ਹੈ। ਬਹੁਤ ਸਾਰੇ ਬੱਚੇ ਏਦਾਂ ਦੇ ਨੇ ਜਿਹੜੇ ਕਿ ਸਿੱਖੀ ਸਰੂਪ ਤੋਂ ਜਿਹੜੇ ਉਹ ਹਟ ਰਹੇ ਨੇ। ਕੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਝ ਏਦਾਂ ਦੇ ਸਟੈਪ ਚੱਕੇ ਨੇ ਜਾਂ ਕੋਈ ਪ੍ਰਚਾਰ ਲਈ ਕੁਝ ਏਦਾਂ ਦਾ ਕੁਝ ਕੀਤਾ ਹੈ ਜਿਹਦੇ ਨਾਲ ਕਿ ਬੱਚਿਆਂ ਨੂੰ ਇਨਸਪਾਇਰ ਹੋ ਕੇ ਉਹ ਦੁਬਾਰਾ ਸਿੱਖੀ ਦੇ ਵਿੱਚ ਆ ਸਕਣ? ਖਾਲਸਾ ਜੀ, ਮੈਂ ਜਦੋਂ ਅਸੀਂ ਦਿੱਲੀ ਦੇ ਅੰਦਰ ਦਿੱਲੀ ਫਤਿਹ ਦਿਵਸ ਮਨਾਇਆ, ਸ਼ਾਇਦ ਤੁਸੀਂ ਨਜ਼ਾਰਾ ਪਤਾ ਨਹੀਂ ਟੀਵੀ ਤੇ ਦੇਖਿਆ ਜਾਂ ਨਹੀਂ ਦੇਖਿਆ, ਦੇਸ਼ ਔਰ ਦੁਨੀਆ ਵਿੱਚ ਗਦਗਦ ਕਰ ਉੱਠੀ ਔਰ ਹਸ਼-ਹਸ਼ ਕਰ ਉੱਠੀ। ਅਸੀਂ ਦਿੱਲੀ ਪੂਰੇ ਦੇਸ਼ ਚੋਂ ਜਿੰਨੇ ਨਿਹੰਗ ਸਿੰਘ ਜਥੇਬੰਦੀਆਂ ਸੀ ਉਹਨਾਂ ਨੂੰ ਇਕੱਠਿਆਂ ਕਰਕੇ ਤਕਰੀਬਨ 5000 ਲੋਕਾਂ ਦੀ ਇੱਕ ਖਾਲਸਾ ਫਤਿਹ ਮਾਰਚ ਕੱਢੀ ਪੂਰੇ ਜਹੋ ਜਲਾਲ ਅੰਦਰ। ਔਰ ਜਦੋਂ ਲਾਲ ਕਿਲੇ ਤੇ ਪ੍ਰੋਗਰਾਮ ਕੀਤਾ, ਮੇਰਾ ਚੁਣਾਵ ਸੀਗਾ 2014 ਦਸੰਬਰ ਅੰਦਰ, ਮੈਂ ਵੋਟਾਂ ਮੰਗਣ ਵਾਸਤੇ ਜਾ ਰਿਹਾ ਸੀ। ਇੱਕ ਸਹਿਜਧਾਰੀ ਸਿੱਖ ਥੱਲੇ ਸਹਿਜਧਾਰੀ ਆਉਂਦਾ ਮੇਰੇ ਕੋਲ, ਮੈਨੂੰ ਕਹਿੰਦਾ ਜੀ ਸਾਡਾ ਸਾਥ ਦਿਓ ਜੀ ਇਲੈਕਸ਼ਨਾਂ 'ਚ। ਤੇ ਮੈਨੂੰ ਕਹਿੰਦਾ ਮੇਰੀ ਜੀ ਧਰਮ ਪਤਨੀ ਅਮਰ ਛਕ ਲਿਆ, ਅਸੀਂ ਤੁਹਾਡੇ ਨਾਲ ਆ, ਤੁਸੀਂ ਜਿਹੜਾ ਬਾਬਾ ਪ੍ਰੋਗਰਾਮ ਕੀਤਾ ਬਾਬਾ ਬਘੇਲ ਸਿੰਘ ਦਾ, ਦਿੱਲੀ ਦੇ ਲੋਕਾਂ ਨੂੰ ਦੱਸਿਆ ਹੈ, ਅਸੀਂ ਬੜੇ ਇੰਸਪਾਇਰ ਹੋਏ ਹਾਂ। ਨੌਜਵਾਨ ਬੱਚਿਆਂ ਨੇ ਇੱਥੇ ਟੀ-ਸ਼ਰਟਾਂ ਪਾ ਕੇ ਆਪਣਾ ਦੱਸਿਆ ਆਮ ਪ੍ਰਾਊਡ ਟੂ ਬੀ ਸਿੱਖ, ਕਿਉਂਕਿ ਦਿੱਲੀ ਫਤਿਹ ਅਸੀਂ ਕੀਤੀ ਸੀਗੀ। ਤੁਸੀਂ ਦਿੱਲੀ ਦੇ ਅੰਦਰ ਉਹ ਜਜ਼ਬਾ ਦੇਖਣ ਨੂੰ ਬਣਦਾ ਹੈ। ਔਰ ਜਦੋਂ ਐਰਕੀ ਅਸੀਂ 51 ਪ੍ਰੋਗਰਾਮ ਕੀਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੂਰੇ ਦੇਸ਼ ਅੰਦਰ, ਇਹ ਬਹੁਤ ਵੱਡੀ ਗੱਲ ਸੀ, ਕਹਿਣਾ ਬਹੁਤ ਸੌਖਾ ਹੈ। 51 ਪ੍ਰੋਗਰਾਮ ਉਹ ਵੀ ਪੂਰੇ ਦੇਸ਼ ਅੰਦਰ ਕਰਨੇ ਔਰ ਵੱਡੇ ਵੱਡੇ ਨਗਰ ਕੀਰਤਨ ਦਰਬਾਰ ਕਰਨੇ, ਉਹ ਵੀ ਗੁਰਦੁਆਰਾ ਚੋਂ ਬਾਹਰ ਨਿਕਲ ਕੇ, ਉਹ ਵੀ ਜਾ ਕੇ ਕਦੀ ਇੰਡੀਆ ਗੇਟ ਉੱਤੇ, ਕਦੀ ਕੁਤਬ ਮੀਨਾਰ ਉੱਤੇ, ਕਦੀ ਲਾਲ ਕਿਲੇ ਉੱਤੇ, ਲੋਕਾਂ ਨੂੰ ਪੂਰੇ ਦੇਸ਼ ਨੂੰ ਦੱਸਿਆ ਕਿ ਅਸੀਂ ਦੇਸ਼ ਦੇ ਨਕਸ਼ੇ ਦੇ ਉੱਤੇ ਹਾਂ, ਅਸੀਂ ਆਪ ਘੱਟ ਨਹੀਂ ਗਿਣਤੀ 'ਚ ਨਹੀਂ ਹੈਗੇ। ਇਹਦੇ ਨਾਲ ਨੌਜਵਾਨਾਂ ਨੂੰ ਬੜੀ ਇੰਸਪਾਇਰੇਸ਼ਨ ਮਿਲੀ ਆ। ਅੱਜ ਜਿਹੜੇ ਲੋਕ ਸਾਡੇ ਨਾਲ ਖੜੇ ਨੇ, ਅੱਜ ਅਸੀਂ ਘਰ 'ਚ ਵੋਟ ਮੰਗਣ ਜਾਂਦੇ ਹਾਂ, ਬੀਬੀਆਂ ਕਹਿੰਦੀਆਂ ਜੀ ਤੁਸੀਂ ਬਹੁਤ ਚੰਗੇ ਕੰਮ ਕੀਤੇ, ਅਸੀਂ ਟੀਵੀ ਤੇ ਦੇਖੇ, ਵੋਟ ਤੁਹਾਡੀ ਆ। ਉਹ ਇਸੇ ਕਰਕੇ ਆ ਕਿਉਂਕਿ ਆਹ ਜਿਹੜੇ ਅਸੀਂ ਧਰਮ ਦੇ ਨਾਲ ਨਾਲ ਜਿਹੜਾ ਆਪਣੇ ਵਿਰਸੇ ਨੂੰ ਉਭਾਰਨ ਦਾ ਕੰਮ ਕੀਤਾ ਹੈ, ਮੈਂ ਸਮਝਦਾ ਕਿ ਸਭ ਤੋਂ ਵੱਡੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਪਿਛਲੇ 70 ਤੋਂ ਇਹਦੀ ਕਨਸਟੀਟਿਊਸ਼ਨ ਹੋਈ ਆ ਹੁਣ ਤੱਕ ਦੀ ਸਭ ਤੋਂ ਵੱਡੀ ਜਿਹੜੀ ਕੋਈ ਕੰਟਰੀਬਿਊਸ਼ਨ ਆ, ਉਹ ਇਹ ਆ ਕਿ ਅਸੀਂ ਆਪਣੇ ਵਿਰਸੇ ਨੂੰ ਬਹੁਤ ਵੱਡੇ ਪੱਧਰ ਤੇ ਲੈ ਕੇ ਗਏ ਹਾਂ। ਔਰ ਦੋ ਚੀਜ਼ਾਂ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ। ਅਸੀਂ ਬੰਗਲਾ ਸਾਹਿਬ ਅੰਦਰ ਇੱਕ ਐਸਾ ਮਿਊਜ਼ੀਅਮ ਬਣਾਇਆ, ਨਵੇਲਾ ਮਿਊਜ਼ੀਅਮ ਬਣਾਏ, ਜਿਹਨੂੰ ਹੁਣ ਤੱਕ 16 ਲੱਖ ਲੋਕ ਦੇਖ ਚੁੱਕੇ ਨੇ। ਇਹਦੇ ਅੰਦਰ ਪੂਰਾ ਸਿੱਖ ਇਤਿਹਾਸ ਨੂੰ ਕਿਸ ਤਰੀਕੇ ਸਿੱਖ ਇਤਿਹਾਸ ਔਰ ਉਹਦੇ ਕੀ ਪ੍ਰਿੰਸੀਪਲਸ ਨੇ, ਉਸ ਨੂੰ ਇੰਨੀ ਮਾਡਰਨ ਟੈਕਨੋਲੋਜੀ ਨਾਲ ਪੇਸ਼ ਕੀਤਾ ਹੈ ਕਿ ਜੇ ਪੂਰੇ ਦੇਸ਼ ਅੰਦਰ ਐਸਾ ਦੂਸਰਾ ਮਿਊਜ਼ੀਅਮ ਨਹੀਂ ਹੈਗਾ। ਇੱਕ ਗੱਲ। ਦੂਜੀ ਗੱਲ, ਹੁਣ ਅਸੀਂ ਗੁਰੂ ਗੋਬਿੰਦ ਸਿੰਘ ਸੈਂਟਰ ਫਾਰ ਸਿੱਖ ਸਟੱਡੀਜ਼ ਬਣਾਉਣ ਜਾ ਰਹੇ ਹਾਂ, ਜਿਹੜਾ 22 ਕਰੋੜ ਦੀ ਲਾਗਤ ਨਾਲ ਬਣ ਰਿਹਾ ਹੈ। 10 ਕਰੋੜ ਰੁਪਏ ਤੁਹਾਨੂੰ ਪੰਜਾਬ ਸਰਕਾਰ ਨੇ ਦਿੱਤਾ ਹੈ, 12 ਕਰੋੜ ਰੁਪਏ ਤੁਹਾਡੇ ਅਮਰੀਕਨ ਹੋਟਲਰ ਜਿਹੜੇ ਸੰਤ ਛਟਵਾਲ ਨੇ ਦਿੱਤਾ ਹੈ। ਔਰ ਜੋ ਇਹ ਬਣ ਰਿਹਾ ਹੈ, ਇਹ ਆਪਣੇ ਆਪ ਅੰਦਰ ਇੱਕ ਅਦਭੁਤ ਆ। ਇਹਦੇ ਅੰਦਰ ਜਦੋਂ ਕੋਈ ਬੈਠ ਕੇ ਇਸ ਨੂੰ ਪ੍ਰੋਗਰਾਮ ਦੇਖੇਗਾ, ਉਸ ਤੋਂ ਬਾਅਦ ਨੂੰ ਪਤਾ ਲੱਗੇਗਾ ਸਿੱਖੀ ਦੇ ਸਹੀ ਮਾਇਨੇ ਕੀ ਆ, ਸਿੱਖੀ ਦੇ ਸਹੀ ਪ੍ਰਿੰਸੀਪਲ ਕੀ ਆ, ਔਰ ਕਿਉਂ ਹਰੇਕ ਨੂੰ ਹੀ, ਸਿੱਖ ਨੂੰ ਹੀ ਨਹੀਂ, ਹਰ ਇਨਸਾਨ ਨੂੰ ਸਿੱਖ ਬਣਨਾ ਚਾਹੀਦਾ ਹੈ। ਐਸਾ ਜਜ਼ਬਾ ਅਸੀਂ ਉਹਦੇ ਅੰਦਰ ਭਰ ਦਾਂਗੇ, ਸਾਨੂੰ ਪੂਰਾ ਵਿਸ਼ਵਾਸ ਹੈ। ਸਰਦਾਰ ਜੀ, ਸੁਦੀਸ਼ ਪ੍ਰੋਗਰਾਮ ਵਾਲੀ ਤੋਂ ਜੇ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ, ਤੁਹਾਨੂੰ ਛੋਟੇ ਨੋਟ ਸਾਲ ਕਰਨ ਜਾਵਾਂਗਾ। ਸਰਦੀਪ ਜੀ, ਤੁਹਾਡੀ
ਤੁਹਾਡੀ ਆਵਾਜ਼ ਸਮਝ ਨਹੀਂ ਆ ਰਹੀ, ਆਵਾਜ਼ ਕੁਝ ਇਸ਼ੂ ਆ ਰਿਹਾ ਵਾ। ਮਜਿੰਦਰ ਜੀ ਤੁਸੀਂ ਕਾਫੀ ਘੱਟ ਸਮੇਂ ਵਾਸਤੇ ਸਾਡੇ ਨਾਲ ਜੁੜੇ ਸੀ, ਮੈਨੂੰ ਪਤਾ। ਅਖੀਰ ਚ ਜੇ ਤੁਸੀਂ ਬੰਗਲਾ ਸਾਹਿਬ ਤੋਂ ਹੋਰੀ ਕਥਾ ਦਾ ਐਗਜ਼ਾਮਪਲ ਦਿੱਤਾ, ਪਰ ਜੇ ਮੈਂ ਪੁੱਛਣਾ ਚਾਹਾਂ ਕਿ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਜੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਤੁਹਾਡੀ ਟਰਮ ਵਿੱਚ ਕੋਈ ਖਾਸ ਸਟੈਪ ਚੁੱਕੇ ਹੋਣ, ਉਹ ਤੁਸੀਂ ਸਾਂਝੇ ਕਰਨੇ ਚਾਹੋ। ਜੀ, ਅਸੀਂ ਜਿੰਨੇ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਸੀਗੇ ਉਸ ਦੀ ਬਹੁਤ ਵੱਡੀ ਮਾਨਤਾ ਨੂੰ ਖੜਿਆ ਕੀਤਾ, ਕਿਉਂਕਿ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਔਰ ਗੁਰੂ ਨਾਨਕ ਦੇਵ ਜੀ ਦਾ ਹੀ ਗੁਰਪੁਰਬ ਇੱਥੇ ਮਨਾਇਆ ਜਾਂਦਾ ਸੀ, ਸ਼ਹੀਦੀਪੁਰ ਗੁਰੂ ਤੇਗ ਬਹਾਦਰ ਸਾਹਿਬ ਦਾ। ਅਸੀਂ ਸਾਰੇ ਗੁਰੂ ਸਾਹਿਬਾਨਾਂ ਦੇ ਵੱਡੇ ਗੁਰਪੁਰਬ ਮਨਾ ਕੇ ਉੱਥੇ ਛੋਟੇ ਨੌਜਵਾਨ ਬੱਚਿਆਂ ਨੂੰ ਖਿੱਚ ਕੀਤਾ। ਅਸੀਂ ਬੀਬੀਆਂ ਦੇ ਵਾਸਤੇ ਵਿਸ਼ੇਸ਼ ਪ੍ਰੋਗਰਾਮ ਕੀਤੇ ਜਿਹੜੇ ਬੀਬੀਆਂ ਨੇ ਕਰਾਏ ਔਰ ਬੀਬੀਆਂ ਨੇ ਕੀਤੇ, ਔਰ ਉੱਥੇ ਅਸੀਂ 20-20 ਹਜ਼ਾਰ ਬੀਬੀ ਨੂੰ ਇਕੱਠਿਆਂ ਕਰਕੇ, ਕਿਉਂਕਿ ਮਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਘਰ ਨੂੰ ਸੰਚਾਲਨ ਕਰਦੀਆਂ ਨੇ ਔਰ ਉਹਨਾਂ ਦੇ ਕੋਲ ਬੜਾ ਜਜ਼ਬਾ ਹੁੰਦਾ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦਾ। ਅਸੀਂ ਪਹਿਲਾਂ ਮਾਵਾਂ ਨੂੰ ਸਿੱਖੀ ਨਾਲ ਜੋੜਿਆ ਔਰ ਤੁਸੀਂ ਉਹ ਪ੍ਰੋਗਰਾਮ ਦੇਖ ਕੇ ਹੈਰਾਨ ਹੋ ਜਾਓਗੇ, 20-20 ਹਜ਼ਾਰ ਬੀਬੀਆਂ ਨੇ ਆ ਕੇ ਉਹਨਾਂ ਸਮਾਗਮਾਂ 'ਚ ਸ਼ਮੂਲੀਅਤ ਕੀਤੀ ਔਰ ਨਿਰੋਲ ਬੀਬੀਆਂ ਦੇ ਪ੍ਰੋਗਰਾਮ ਕੀਤੇ ਤਾਂ ਕਿ ਬੀਬੀਆਂ ਆਪਣੇ ਬੱਚਿਆਂ ਨੂੰ ਪ੍ਰੋਤਸਾਹਿਤ ਕਰ ਸਕਣ। ਇਸੇ ਤਰ੍ਹਾਂ ਅਸੀਂ ਨੌਜਵਾਨ ਬੱਚਿਆਂ ਦੇ ਵਾਸਤੇ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਕੀਤੇ, ਜਿਹੜੇ ਅਸੀਂ ਦਿੱਲੀ ਤੋਂ ਬਾਹਰ ਜਾ ਕੇ ਵੀ ਕੀਤੇ, ਉਹਨਾਂ ਥਾਵਾਂ ਤੇ ਜਾ ਕੇ ਕੀਤੇ ਜਿਹੜੀ ਸਿਵਲਿਕ ਕਮਿਊਨਿਟੀ ਸਾਡੇ ਨਾਲ ਜੁੜੀ ਹੋਈ ਸੀ, ਜਿਹੜੇ ਬਾਜੀਗਰ ਕਮਿਊਨਿਟੀ ਸਾਡੇ ਨਾਲ ਜੁੜੀ ਹੋਈ ਸੀਗੀ, ਜਿਹੜੇ ਲੋਕ ਜਿਹੜੇ ਸਾਡੇ ਤੋਂ ਟੁੱਟ ਚੁੱਕੇ ਸੀਗੇ, ਜਿਹੜੇ ਸਮਾਜ ਸਾਡੇ ਨਾਲ ਹੁਣ ਨਹੀਂ ਚੱਲਦੇ ਸੀਗੇ, ਜਿਹੜੇ ਮਹਿਸੂਸ ਕਰਦੇ ਸੀ ਅਸੀਂ ਸੀਗੇ ਸਿੱਖ ਪਰ ਸਾਨੂੰ ਕਿਸੇ ਨੇ ਪੁੱਛਿਆ ਨਹੀਂ, ਉਹਨਾਂ ਸਾਰੀਆਂ ਜਾਤਾਂ ਨੂੰ ਅਸੀਂ ਨਾਲ ਜੋੜਿਆ ਔਰ ਦੱਸਿਆ ਕਿ ਸਰਬੱਤ ਦੀ ਗੱਲ ਹੋ ਰਹੀ ਹੈ, ਇੱਥੇ ਕਿਸੇ ਜਾਤ ਪਾਤ ਦੀ ਗੱਲ ਨਹੀਂ ਹੋ ਰਹੀ। ਉਹਨਾਂ ਦੇ ਵਾਸਤੇ ਅਸੀਂ ਫਿਰਕੂ ਸਮਾਜਾਂ ਦੇ ਵਾਸਤੇ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਕੀਤੇ ਔਰ ਉਹਦਾ ਜਿਹੜਾ ਸਿੱਟਾ ਇਹ ਨਿਕਲਿਆ ਕਿ ਅੱਜ ਕਈ ਜਿਹੜੀਆਂ ਬੰਜਾਰਾ ਸਮਾਜ ਸੀ, ਕਈ ਹੋਰ ਐਸੇ ਸਮਾਜ ਸੀਗੇ ਜਿਹੜੇ ਪਹਿਲਾਂ ਸਿੱਖ ਧਰਮ 'ਚ ਜਿਨ੍ਹਾਂ ਨੂੰ ਵਿਸ਼ਵਾਸ ਖਤਮ ਹੋ ਚੁੱਕਿਆ ਸੀ, ਜਿਨ੍ਹਾਂ ਨੂੰ ਸਿੱਖ ਪਰੰਪਰਾਵਾਂ ਤੋਂ ਪਰਾਂ ਜਾਂਦੇ ਜਾ ਰਹੇ ਸੀ, ਉਹਨਾਂ ਨੂੰ ਵਾਪਸ ਅਸੀਂ ਮੇਨ ਸਟ੍ਰੀਮ 'ਚ ਲੈ ਕੇ ਆਂਦਾ ਹੈ। ਮਨਿੰਦਰ ਸਿੰਘ ਜੀ, ਇੱਕ ਸਵਾਲ ਹੋਰ ਪੁੱਛੂੰਗਾ, ਮੇਰੇ ਦਿਮਾਗ 'ਚ ਇੱਕ ਪੁੱਛਣਾ ਚਾਹਾਂਗਾ ਤੁਹਾਨੂੰ। ਕੈਲਗਰੀ ਤੋਂ ਅਜੀਤ ਸਿੰਘ ਬੋਲ ਰਿਹਾ ਹਾਂ। ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ, ਕਿਆ ਉਹਨਾਂ ਦੇ ਸੰਬੰਧ ਵਿੱਚ ਤੇ ਬਾਬਾ ਬਘੇਲ ਸਿੰਘ ਦੀ ਕੋਈ ਯਾਦਗਾਰ ਲਾਲ ਕਿਲੇ ਦੇ ਵਿੱਚ ਕੋਈ ਇਸ ਨਾਲ ਸੰਬੰਧਿਤ ਵੀ ਕੋਈ ਯਾਦਗਾਰ ਦਾ ਕੋਈ ਉਦਮ ਹੋ ਰਿਹਾ? ਜੀ, ਇਸ ਤਰ੍ਹਾਂ ਜਿੱਥੇ ਬਾਬਾ ਬਘੇਲ ਸਿੰਘ ਜੀ ਸ਼ਹੀਦ ਕੀਤਾ ਗਿਆ ਸੀ ਜੀ, ਉਹ ਹੁਣ ਇੰਟਰਨੈਸ਼ਨਲ ਹੈਰੀਟੇਜ ਜਗ੍ਹਾ ਬਣ ਚੁੱਕੀ ਆ, ਉਹ ਹੈਗੇ ਆ ਕੁਤਬ ਮੀਨਾਰ। ਅਸੀਂ ਉਹਦੇ ਲਾਗੇ ਆਪਣੀ ਜਗ੍ਹਾ ਖਰੀਦ ਕੇ ਤੇ ਇੱਕ ਗੁਰੂ ਘਰ ਦੀ ਸਥਾਪਨਾ ਕੀਤੀ ਸੀਗੀ। ਇਸੇ ਤਰੀਕੇ ਅਸੀਂ ਉਹਦੇ ਬਿਲਕੁਲ ਨਾਲ ਲੱਗਦਾ ਇੱਕ ਬਹੁਤ ਵੱਡਾ DDA ਦਾ ਪਾਰਕ ਆ, ਜਿਹੜਾ ਕੋਈ 12 ਏਕੜ ਅੰਦਰ ਆ, ਅਸੀਂ ਉਹ ਸਰਕਾਰ ਤੋਂ ਅਲਾਟ ਕਰਾਇਆ ਆਪਣੇ ਨਾਮ ਤੇ। ਹੁਣ ਅੱਜ ਉੱਥੇ ਉਹਦਾ ਨਾਮ ਰੱਖ ਕੇ ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਪਾਰਕ ਉਹਨੂੰ ਅਸੀਂ ਮੇਨਟੇਨ ਕੀਤਾ ਔਰ ਉਹਦੇ ਅੰਦਰ ਅਸੀਂ ਚਾਹੁੰਦੇ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲੱਗੇ, ਲੇਕਿਨ ਅਰਵਿੰਦ ਕੇਜਰੀਵਾਲ ਨੇ ਸਾਨੂੰ ਉਹਦੀ ਪਰਮਿਸ਼ਨ ਨਹੀਂ ਦਿੱਤੀ ਸੀ। ਅਗਰ ਤੁਹਾਨੂੰ ਯਾਦ ਹੋਵੇ ਇਸ਼ੂ ਬਣਿਆ ਸੀਗਾ, ਉਹਨੇ ਬਾਕੀ ਬੁੱਤਾਂ ਦੀ ਪਰਮਿਸ਼ਨ ਦਿੱਤੀ ਲੇਕਿਨ ਸਾਨੂੰ ਕਮਿਟ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਪਰਮਿਸ਼ਨ ਨਹੀਂ ਦਿੱਤੀ। ਫਿਰ ਅਸੀਂ ਬੁੱਤ ਤੇ ਲਗਾਇਆ ਦਿੱਲੀ ਅੰਦਰ, ਸੱਚਮੁੱਚ ਉੱਚਾ ਲਗਾਇਆ, ਕਨੌਟ ਪਲੇਸ ਅੰਦਰ ਲਗਾਇਆ। ਪੰਜਾਬ ਸਰਕਾਰ ਦੀ ਇੱਕ ਜਗ੍ਹਾ ਪਈ ਸੀ ਕਨੌਟ ਪਲੇਸ ਅੰਦਰ, ਅਸੀਂ ਫਰੀਦਕੋਟ ਹਾਊਸ ਉੱਥੇ ਜਾ ਕੇ ਬੁੱਤ ਨੂੰ ਲਗਾਇਆ। ਪਰ ਉਸ ਜਗ੍ਹਾ ਤੇ ਜਿੱਥੇ ਉਹਨੂੰ ਸ਼ਹੀਦ ਕੀਤਾ ਗਿਆ ਸੀਗਾ, ਉੱਥੇ ਕੇਵਲ ਅਸੀਂ 12 ਏਕੜ ਅੰਦਰ ਇੱਕ ਪਾਰਕ ਨੂੰ ਮੇਨਟੇਨ ਕਰਕੇ ਇੱਕ ਪਾਰਕ ਬਣਾਉਣ 'ਚ ਕਾਮਯਾਬ ਹੋ ਸਕੇ ਹਾਂ, ਜਿਹਦਾ ਨਾਮ ਲਿਖਿਆ ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ। ਹੁਣ ਆ ਗਈ ਗੱਲ ਬਾਬਾ ਬਘੇਲ ਸਿੰਘ ਜੀ ਦੀ, ਕਿਉਂਕਿ ਬਾਬਾ ਬਘੇਲ ਸਿੰਘ ਜੀ ਨੇ ਦਿੱਲੀ ਫਤਿਹ ਕੀਤੀ ਸੀ ਔਰ ਬਾਬਾ ਬਘੇਲ ਸਿੰਘ ਜੀ ਨਾਲ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਔਰ ਬਾਬਾ ਜੱਸਾ ਸਿੰਘ ਰਾਮਗੜੀਆ ਸੀ, ਉਹ ਉੱਥੇ ਸ਼ਹੀਦ ਨਹੀਂ ਹੋਏ ਸੀਗੇ। ਔਰ ਪਰ ਲਾਲ ਕਿਲੇ ਉਹਨਾਂ ਨੇ ਫਤਿਹ ਕੀਤਾ ਸੀਗਾ। ਇੱਕ ਲਾਲ ਕਿਲੇ ਦੇ ਅੰਦਰ ਬਹੁਤ ਵੱਡਾ ਸ਼ੋਅ ਚੱਲਦਾ, ਲਾਈਟ ਐਂਡ ਸਾਊਂਡ ਸ਼ੋਅ, ਵਿਚ ਸੈਟਸ ਦ ਹਿਸਟਰੀ ਆਫ ਲਾਲ ਕਿਲਾ, ਹਿੰਦੁਸਤਾਨ ਦੀ ਔਰ ਲਾਲ ਕਿਲੇ ਹਿਸਟਰੀ ਨੂੰ ਦਰਸਾਉਂਦਾ ਉਹ ਸ਼ੋਅ। ਅਸੀਂ ਉਹ ਡਿਫੈਂਸ ਮਿਨਿਸਟਰੀ ਸ਼ੁਰੂ ਕਰਾਉਂਦੀ ਆ, ਅਸੀਂ ਡਿਫੈਂਸ ਮਿਨਿਸਟਰੀ ਨਾਲ ਟਾਈ ਅਪ ਕਰਕੇ ਹੁਣ ਡਿਫੈਂਸ ਮਿਨਿਸਟਰ ਨੂੰ ਅਸੀਂ ਮਿਲੇ ਸੀਗੇ, ਉਹਨੂੰ ਸਾਰੀ ਅਸੀਂ ਗਾਥਾ ਸੁਣਾਈ, ਉਹਨੂੰ ਦੱਸਿਆ ਕਿ ਕਿਸ ਤਰ੍ਹਾਂ ਬਾਬਾ ਬਘੇਲ ਸਿੰਘ ਸੀ, ਕੀ ਇਹਨਾਂ ਦਾ ਇਤਿਹਾਸ ਸੀਗਾ। ਉਹ ਬੜਾ ਹੈਰਾਨ ਹੋਇਆ ਇਸ ਗੱਲ ਨੂੰ ਸੁਣ ਕੇ ਔਰ ਉਹਨੇ ਸਾਨੂੰ ਕਮਿਟ ਕੀਤਾ ਕਿ 2 ਕੰਮ ਅਸੀਂ ਕਰਾਂਗੇ। ਇੱਕ, ਜਿਹੜਾ ਲਾਲ ਕਿਲਾ ਹੈ ਇਹਦੇ ਲਾਈਟ ਐਂਡ ਸਾਊਂਡ ਸ਼ੋਅ ਦੇ ਅੰਦਰ ਅਸੀਂ ਇਹ ਬਾਬਾ ਬਘੇਲ ਸਿੰਘ ਦੀ ਹਿਸਟਰੀ ਨੂੰ ਵਿੱਚ ਲਿਆਵਾਂਗੇ। ਦੂਜੀ ਗੱਲ, ਇਸ ਨੂੰ ਇੱਕ ਨੈਸ਼ਨਲ ਇਵੈਂਟ ਦੇ ਤੌਰ ਤੇ ਜਿਹੜਾ ਮਾਰਚ ਨੂੰ ਆਉਂਦਾ ਹੈ 14 ਮਾਰਚ ਨੂੰ ਅਸੀਂ ਨੈਸ਼ਨਲ ਇਵੈਂਟ ਦੇ ਤੌਰ ਤੇ ਇਸ ਨੂੰ ਮਨਾਇਆ ਕਰਾਂਗੇ। ਇਹ ਸਾਨੂੰ ਕਮਿਟਮੈਂਟ ਦਿੱਤੀ ਆ ਹੁਣ ਦੇ ਡਿਫੈਂਸ ਮਿਨਿਸਟਰ ਨੇ। ਅਸੀਂ ਉਮੀਦ ਕਰਦੇ ਹਾਂ ਉਹ ਆਪਣੀ ਕਮਿਟਮੈਂਟ ਤੇ ਰਹਿਣਗੇ ਔਰ ਅਗਰ ਅਸੀਂ ਕਾਮਯਾਬ ਹੋ ਜਾਂਦੇ ਹਾਂ ਲਾਲ ਕਿਲੇ ਨੂੰ ਇੱਕ ਨੈਸ਼ਨਲ ਇਵੈਂਟ ਦੇ ਤੌਰ ਤੇ ਮਨਵਾਉਣ ਤੇ ਫਿਰ ਤੁਸੀਂ ਸਮਝ ਸਕਦੇ ਜੀ ਕਿ ਸਾਡੇ ਸਿੱਖਾਂ ਦੇ ਵਾਸਤੇ ਇੱਕ ਬਹੁਤ ਵੱਡੀ ਔਰ ਬਹੁਤ ਵੱਡੀ ਉਪਲਬਧੀ ਹੋਊਗੀ। ਮਨਜਿੰਦਰ ਜੀ, ਇੱਕ ਸਵਾਲ ਪੁੱਛੂੰਗਾ ਫਿਰ ਤੁਹਾਨੂੰ ਜਾਣ ਦੂੰਗਾ। ਤੁਸੀਂ ਰਜੌਰੀ ਗਾਰਡਨ ਤੋਂ MLA ਵੀ ਸੀ ਤੇ ਜਰਨੈਲ ਸਿੰਘ ਜੀ ਆਲਰੇਡੀ ਰਜੌਰੀ ਗਾਰਡਨ ਤੋਂ ਰਿਜ਼ਾਈਨ ਕਰ ਚੁੱਕੇ ਨੇ, ਤੇ ਕੀ ਮਨਜਿੰਦਰ ਸਿੰਘ ਜੀ ਵਾਪਸ MLA ਵਾਸਤੇ ਰਜੌਰੀ ਗਾਰਡਨ ਵਿੱਚ ਇਲੈਕਸ਼ਨ ਲੜਨਗੇ? ਦੇਖੋ ਜੀ, ਪਾਰਟੀ ਦੇ ਬੱਝੇ ਹੋਏ ਸਿਪਾਹੀ ਆ, ਜੋ ਪਾਰਟੀ ਹੁਕਮ ਕਰੂਗੀ, ਪਾਰਟੀ ਕਹੂਗੀ ਲੜਨਾ ਤੇ ਬਿਲਕੁਲ ਲੜਾਂਗੇ। ਅਸੀਂ ਤੇ ਕਦੀ ਕਿਸੇ ਹਰ ਮੈਦਾਨ ਦੇ ਅੰਦਰ ਨਿੱਤਰਨ ਨੂੰ ਤਿਆਰ ਰਹਿੰਦੇ ਹਾਂ। ਪਾਰਟੀ ਕਹੂਗੀ ਨਹੀਂ ਲੜਨਾ ਤੇ ਨਹੀਂ ਲੜਾਂਗੇ। ਬਾਕੀ ਮੈਨੂੰ ਇਸ ਗੱਲ ਦਾ ਅਫਸੋਸ ਜ਼ਰੂਰ ਅੱਜ ਰਜੌਰੀ ਗਾਰਡਨ ਦੇ ਲੋਕ ਰੋਂਦੇ ਨੇ ਕਿ ਉਹਨਾਂ ਨੇ ਪਹਿਲਾਂ ਤੇ ਇੱਕ MLA ਐਸਾ ਚੁਣ ਲਿਆ ਜਿਹੜਾ ਪਹਿਲਾਂ ਕੰਮ ਕਰਨ 'ਚ ਨਾਲਾਇਕ ਸੀਗਾ,
ਫਿਰ ਜਿਹੜਾ ਛੱਡ ਕੇ ਭੱਜ ਗਿਆ ਮੈਦਾਨ। ਖਾਲਸਾ ਜੀ ਇੱਕ ਗੱਲ ਯਾਦ ਰੱਖਿਓ ਜੇ, ਸਿੱਖ ਕੌਮ ਦੀ ਇਹੀ ਪਛਾਣ ਸੀਗੀ, ਜਿੱਥੇ ਅਸੀਂ ਨਿੱਤਰਦੇ ਹਾਂ ਡਟ ਕੇ ਨਿੱਤਰਦੇ ਹਾਂ। ਪਰ ਮੈਨੂੰ ਹੈਰਾਨਗੀ ਹੋ ਰਹੀ ਆ ਕਿ ਆਪਾਂ ਸੱਤਾ ਦੇ ਔਰ ਲੋਭ ਦੇ ਲਾਲਚ ਅੰਦਰ ਇਹੋ ਜਿਹੇ ਆ ਗਏ ਕਿ ਜਿਨ੍ਹਾਂ ਲੋਕਾਂ ਨੇ ਚੁਣ ਕੇ ਭੇਜਿਆ ਸੀ ਉਹਨਾਂ ਨੂੰ ਧੋਖਾ ਦੇ ਕੇ ਛੱਡ ਕੇ ਚਲੇ ਗਏ। ਮੈਂ ਤੇ ਉਹਨਾਂ ਦੇ ਉੱਤੇ ਵੀ ਪਿੱਟੀ ਕਰੂੰਗਾ ਔਰ ਉਹਨਾਂ ਦੇ ਉੱਤੇ ਮੈਨੂੰ ਅਫਸੋਸ ਆ। ਬਾਕੀ ਇਲੈਕਸ਼ਨ ਜਦੋਂ ਆਊਗੀ ਉਦੋਂ ਦਾ ਵਕਤ ਦੇਖੇਗਾ, ਜੋ ਪਾਰਟੀ ਹੁਕਮ ਕਰੂਗੀ ਉਹ ਹੁਕਮ ਦੇ ਉੱਤੇ ਪਹਿਰਾ ਦੇਣਗੇ। ਥੈਂਕ ਯੂ ਮਨਜਿੰਦਰ ਸਿੰਘ ਜੀ, ਥੈਂਕ ਯੂ ਫॉर ਜੁਆਇਨਿੰਗ ਅਸ ਐਂਡ ਵੀ ਬਹੁਤ ਵਿਸ਼ ਯੂ ਧੰਨਵਾਦ। ਗੁੱਡ ਵਾਹਿਗੁਰੂ ਲੱਕ। ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਇਹ ਸਨ ਮਨਜਿੰਦਰ ਸਿੰਘ ਜੀ ਸਿਰਸਾ, ਜੋ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਜੋ ਇਲੈਕਸ਼ਨ ਆਉਣ ਵਾਲੀਆਂ ਨੇ ਉਹਦੇ ਵਿੱਚ ਆਪਣੀ ਪਾਰਟੀ ਦਾ ਪੱਖ ਰੱਖਣ ਦੀ ਰੱਖਿਆ। ਸਬਦੀਸ਼ ਜੀ ਦੀ ਲਾਈਨ ਕੱਟੀ ਗਈ ਸੀ, ਤਾਂ ਕਰਕੇ ਸਬਦੀਸ਼ ਜੀ ਸਵਾਲ ਨਹੀਂ ਪੁੱਛ ਸਕੇ। ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਇਸ ਡਿਬੇਟ ਨੂੰ, ਇਸ ਗੱਲਬਾਤ ਨੂੰ ਜਾਰੀ ਰੱਖੀਏ। ਇੱਕ ਲੈਂਦੇ ਹਾਂ ਛੋਟੀ ਜੀ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ।